ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਚੱਕਰ ਚਿਹਨ ਅਰ ਬਰਨ ਜਾਤਿ ਅਰ ਪਾਤ ਨਹਿਨ ਜਿਹੇ। ਰੂਪ ਰੰਗ ਅਰ ਰੇਖ ਪੇਖ ਕੋ ਕਹਿ ਨਾ ਸਕਤ ਕਹੇ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ। ਕੋਟ ਇੰਦਰ ਇੰਦਰਾਣ ਸਾਹੇ ਸਾਹਾਨ ਗਣਿਜੈ। ਤ੍ਰਿਭੁਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤਿਰਣ ਕਹਿਤ। ਤਵੈ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਣਤ ਸੁਮਤ। ਤਵੈ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਣਤ ਸੁਮਤ। ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਣਾਏ। ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇ। ਵਡਹੰਸ ਮਹੱਲਾ ਤੀਜਾ। ਸੱਚਾ ਸੌਦਾ ਹਰਿ ਨਾਮ ਹੈ ਸੱਚਾ ਵਾਪਾਰਾ ਰਾਮ। ਗੁਰਮਤਿ ਹਰਿ ਨਾਮ ਵਣਜੀਐ ਆਤਮੋਲ ਅਫਾਰਾ ਰਾਮ। ਸੱਚਾ ਸੌਦਾ ਹਰਿ ਨਾਮ ਹੈ ਸੱਚਾ ਵਾਪਾਰਾ ਰਾਮ। ਗੁਰਮਤਿ ਹਰਿ ਨਾਮ ਵਣਜੀਐ ਆਤਮੋਲ ਅਫਾਰਾ ਰਾਮ। ਆਤਮੋਲ ਅਫਾਰਾ ਸੱਚ ਵਪਾਰਾ ਸੱਚ ਵਪਾਰ ਲਗੇ ਵਡਭਾਗੀ। ਅੰਤਰ ਬਾਹਰ ਭਗਤੀ ਰਾਤੇ ਸੱਚ ਨਾਮ ਲਿਵ ਲਾਗੀ। ਨਦਰ ਕਰੇ ਸੋਈ ਸਚ ਪਾਏ ਗੁਰ ਕੈ ਸ਼ਬਦ ਵਿਚਾਰਾ। ਨਾਨਕ ਨਾਮ ਰਤੇ ਤਿਨ ਹੀ ਸੁਖ ਪਾਇਆ ਸਾਚੇ ਕੈ ਵਾਪਾਰਾ। ਨਦਰ ਕਰੇ ਸੋਈ ਸਚ ਪਾਏ ਗੁਰ ਕੈ ਸ਼ਬਦ ਵਿਚਾਰਾ। ਨਾਨਕ ਨਾਮ ਰਤੇ ਤਿਨ ਹੀ ਸੁਖ ਪਾਇਆ ਸਾਚੈ ਕੇ ਵਾਪਾਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ ਸਤਿਗੁਰੂ ਜੀ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਵਿੱਤਰ ਚਰਨਾਂ 'ਚ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਹਨ। ਅੰਮ੍ਰਿਤਮਈ ਗੁਰਬਾਣੀ ਦੇ ਨਿਤਨੇਮ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕੀਤੇ ਹਨ। ਆਓ ਹੁਣ ਆਪਣੀਆਂ ਮਨ ਬਿਰਤੀਆਂ ਸਤਿਗੁਰੂ ਅਮਰਦਾਸ ਮਹਾਰਾਜ ਤੀਸਰੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਨਾਲ ਜੋੜੀਏ। ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ ਵਡਹੰਸ ਰਾਗ ਵਿੱਚ ਸਰਵਣ ਕਰੀਏ। ਪਾਤਸ਼ਾਹ ਮਹਾਰਾਜ ਵਾਹਿਗੁਰੂ ਦੇ ਨਾਮ ਦੇ ਸੱਚੇ ਵਪਾਰ ਦੀ ਮਹਿਮਾ ਦੱਸ ਰਹੇ ਹਨ। ਕਿਉਂਕਿ ਇਸ ਸੰਸਾਰ ਦੇ ਵਿੱਚ ਅਨੇਕਾਂ ਪ੍ਰਕਾਰ ਦੇ ਕਾਰੋਬਾਰ ਬਿਜ਼ਨਸ ਵਪਾਰ ਅਸੀਂ ਕਰਦੇ ਹਾਂ। ਜਦੋਂ ਇਸ ਦੁਨੀਆ ਤੋਂ ਜਾਣ ਲੱਗਦੇ ਹਾਂ ਤਾਂ ਉਹਨਾਂ ਸਾਰਿਆਂ ਵਪਾਰਾਂ ਦਾ ਸਾਨੂੰ ਘਾਟਾ ਹੀ ਮਹਿਸੂਸ ਹੁੰਦਾ ਹੈ। ਹਰ ਇਨਸਾਨ ਭਾਵੇਂ ਉਹ ਅਰਬਾਂਪਤੀ ਹੈ ਖਰਬਾਂਪਤੀ ਹੈ ਜਦੋਂ ਦੁਨੀਆ ਤੋਂ ਜਾਂਦਾ ਹੈ ਉਸ ਨੂੰ ਆਪਣੇ ਬਿਜ਼ਨਸ ਆਪਣੇ ਵਪਾਰ ਸਭ ਥੋਥੇ ਲੱਗਣ ਲੱਗ ਜਾਂਦੇ ਹਨ। ਉਹਨੂੰ ਇਹ ਮਹਿਸੂਸ ਹੁੰਦਾ ਹੈ ਵੀ ਮੈਂ ਸਾਰੀ ਜ਼ਿੰਦਗੀ ਵਿੱਚ ਕੌਡੀਆਂ ਹੀ ਇਕੱਠੀਆਂ ਕੀਤੀਆਂ ਮੈਂ ਸੁਆਹ ਹੀ ਛਾਣਦਾ ਰਿਹਾ ਹਾਂ। ਤੋ ਗੁਰੂ ਸਾਹਿਬ ਜੀ ਸੱਚਾ ਵਪਾਰ ਨਾਮ ਦਾ ਵਪਾਰ ਦੱਸਦੇ ਹਨ। ਪ੍ਰੇਮ ਨਾਲ ਸਰਵਣ ਕਰੀਏ। ਸਾਰੀ ਸੰਗਤ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿ। ਵਡਹੰਸ ਮਹੱਲਾ ਤੀਜਾ। ਵਡਹੰਸ ਰਾਗ ਵਿੱਚ ਤੀਸਰੇ ਪਾਤਸ਼ਾਹ ਜੀ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਨ ਕਰਦੇ ਹਨ।
ਸੱਚਾ ਸੌਦਾ ਹਰ ਨਾਮ ਹੈ, ਸੱਚਾ ਵਪਾਰਾ ਰਾਮ। ਮਹਾਰਾਜ ਕਹਿੰਦੇ ਇਸ ਦੁਨੀਆ ਵਿੱਚ ਇੱਕੋ ਹੀ ਸੱਚਾ ਸੌਦਾ ਹੈ, ਖਰਾ ਸੌਦਾ ਹੈ, ਜੋ ਪਰਮੇਸ਼ਰ ਦਾ ਨਾਮ ਜਪ ਲਵੇ। ਨਾਮ ਵਰਗਾ ਕੋਈ ਸੌਦਾ ਨਹੀਂ, ਕਿਉਂਕਿ ਉਹ ਸਾਡੀ ਆਤਮਾ ਦੀ, ਸਾਡੀ ਰੂਹ ਦੀ ਖੁਰਾਕ ਹੈ, ਸਾਡੀ ਰੂਹ ਦਾ ਸੌਦਾ ਹੈ। ਬਾਕੀ ਦੇ ਸਾਰੇ ਸਰੀਰ ਦੇ ਨਾਲ, ਸੰਸਾਰ ਦੇ ਨਾਲ ਸੰਬੰਧਿਤ ਪਦਾਰਥ ਹਨ। ਆਸਾ, ਮਨਸਾ, ਤ੍ਰਿਸ਼ਨਾ, ਮੋਹ ਆਦਿਕ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਸੋਹਣਾ ਬਣਾ ਕੇ ਪੇਸ਼ ਕੀਤਾ ਹੈ। ਸਾਡੇ ਮੋਹ ਕਰਕੇ ਸਾਨੂੰ ਝੂਠੇ ਪਦਾਰਥ ਵੀ ਬੜੇ ਸੋਹਣੇ ਵਧੀਆ ਲੱਗਦੇ ਹਨ। ਪੀਲੀ ਮਿੱਟੀ ਨੂੰ ਅਸੀਂ ਸੋਨਾ ਕਹਿੰਦੇ ਹਾਂ, ਚਮਕਦੇ ਪੱਥਰ ਨੂੰ ਹੀਰਾ ਕਹਿੰਦੇ ਹਾਂ, ਔਰ ਹੱਡ ਮਾਸ ਚੰਮ ਦੀ ਬਣੀ ਹੋਈ ਇਸਤਰੀ ਨੂੰ ਅਤੀ ਸੁੰਦਰ, ਕਾਮਨੀ, ਮਿਰਗਲੋਚਨੀ, ਗੱਜਗਾਮਨੀ ਕਹਿ ਕੇ ਉਹਨਾਂ ਦੀ ਸਿਫਤ ਕਰਦੇ ਹਾਂ। ਹੈ ਕੁਛ ਵੀ ਨਹੀਂ, ਪਰ ਬੜਾ ਕੁਛ ਬਣਾ ਦਿੱਤਾ ਹੈ। ਇਹ ਮੋਹ ਦੀ ਸ਼ਕਤੀ ਹੈ। ਮੋਹ ਨੇ, ਕਾਮ ਨੇ, ਆਸਾ, ਮਨਸਾ, ਤ੍ਰਿਸ਼ਨਾ ਆਦਿਕ ਚੀਜ਼ਾਂ ਨੇ ਸਾਡੇ ਮਨ ਨੂੰ ਵਿਕਰਤ ਕਰ ਦਿੱਤਾ, ਹੋਰ ਦਾ ਹੋਰ ਬਣਾ ਦਿੱਤਾ। ਇਹਨੂੰ ਵਿਕਾਰ ਕਹਿੰਦੇ। ਜਿਹੜੀ ਚੀਜ਼ ਵਿਕਰਤ ਹੋ ਜਾਵੇ ਉਹ ਵਿਕਾਰੀ ਕਹੀ ਜਾਂਦੀ ਹੈ। ਵਿਕਾਰੀ ਮਾਨੇ ਵਿਕਾਰ ਵਾਲੀ। ਵਿਕਾਰ ਦਾ ਅਰਥ ਹੈ ਜੋ ਦੁੱਧ ਦਾ ਦਹੀਂ ਬਣ ਜਾਂਦਾ ਹੈ, ਦਹੀਂ ਦਾ ਮੱਖਣ, ਮੱਖਣ ਦਾ ਘਿਓ, ਘਿਓ ਦਾ ਕੜਾਹ ਪ੍ਰਸ਼ਾਦ ਬਣ ਜਾਂਦਾ ਹੈ। ਜੋ ਬਦਲ ਬਦਲ ਕੇ ਰੂਪ ਬਦਲੇ, ਉਸ ਨੂੰ ਕਹਿੰਦੇ ਹਨ ਵਿਕਾਰ ਜਾਂ ਵਿਕਾਰੀ। ਸਾਡਾ ਮਨ ਵਿਕਾਰੀ ਹੈ ਅਤੇ ਇਹਦੇ ਨਾਲ ਸੰਬੰਧਿਤ ਜਿੰਨੇ ਸੰਸਾਰ ਦੇ ਪਦਾਰਥ ਹਨ ਉਹ ਵੀ ਵਿਕਾਰੀ ਹਨ। ਜਿਹੜੀ ਵੀ ਚੀਜ਼ ਨੂੰ ਅਸੀਂ ਅੱਜ ਦੇਖ ਰਹੇ ਹਾਂ, ਕੱਲ੍ਹ ਨੂੰ ਉਹਦਾ ਰੂਪ ਹੋਰ ਹੋਵੇਗਾ, ਪਰਸੋਂ ਨੂੰ ਰੂਪ ਹੋਰ ਹੋਵੇਗਾ। ਸੁੰਦਰ ਰੂਪਵਾਨ ਇਸਤਰੀ ਜਾਂ ਪੁਰਸ਼ 30-40 ਸਾਲ ਦੀ ਉਮਰ ਟੱਪ ਜਾਂਦੇ ਜਦੋਂ, ਉਦੋਂ ਸੁੰਦਰਤਾ, ਚਮਕ ਦਮਕ ਚਿਹਰੇ ਦੀ ਖਤਮ ਹੋ ਜਾਂਦੀ ਹੈ। ਇਸੇ ਤਰ੍ਹਾਂ ਹਰ ਚੀਜ਼ ਸੰਸਾਰ ਦੀ ਪੁਰਾਣੀ ਬੋਧੀ ਵਿਕਾਰ ਨਾਲ ਹੋ ਜਾਂਦੀ ਹੈ। ਮਨ ਵੀ ਹਰ ਵੇਲੇ ਵਿਕਾਰੀ, ਕਭੂ ਜੀੜਾ ਊਬ ਚੜ੍ਹਤ ਹੈ, ਕਭੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਭਾਲੇ। ਸੋ ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਉਹਨਾਂ ਵਿੱਚ ਸੱਚ ਨਹੀਂ ਹੈ, ਕਿਉਂਕਿ ਸੱਚ ਉਹ ਹੈ ਜੋ ਪਹਿਲੇ ਵੀ ਹੋਵੇ, ਹੁਣ ਵੀ ਹੈ, ਅੱਗੇ ਵੀ ਹੋਵੇ। ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਜਿਹੜਾ ਸਦਾ ਇੱਕੋ ਜਿਹਾ ਨਾ ਰਵੇ ਉਸ ਨੂੰ ਕਦੀ ਸੱਚ ਨਹੀਂ ਕਿਹਾ ਜਾ ਸਕਦਾ, ਕਿਉਂਕਿ ਸੱਚ ਦੀ ਇਹੀ ਇੱਕੋ ਡੈਫੀਨੇਸ਼ਨ ਹੈ। ਉਹ ਤ੍ਰਈ ਕਾਲ ਆਬਾਦ ਹੈ, ਜਿਹੜਾ ਤਿੰਨਾਂ ਕਾਲਾਂ ਦੇ ਵਿੱਚ, ਪਾਸਟ ਵਿੱਚ, ਫਿਊਚਰ ਵਿੱਚ, ਪ੍ਰੈਜੈਂਟ ਵਿੱਚ ਕਦੀ ਵੀ ਵਿਕਰਤ ਨਾ ਹੋਵੇ, ਵਿਕਾਰੀ ਨਾ ਹੋਵੇ, ਉਸ ਨੂੰ ਕਹਿੰਦੇ ਸੱਚ। ਜਿਹੜਾ ਪਿੱਛੇ ਕੁਝ ਹੋਰ ਹੋਵੇ, ਹੁਣ ਕੁਝ ਹੋਰ ਹੈ, ਅੱਗੇ ਕੁਝ ਹੋਰ ਹੈ, ਜਾਂ ਕਹਿ ਲਓ ਪਹਿਲਾਂ ਹੋਵੇ ਹੀ ਨਾ ਅਤੇ ਬਾਅਦ ਵਿੱਚ ਰਵੇ ਹੀ ਨਾ, ਉਹਨੂੰ ਵਿਕਾਰੀ ਕਹਿੰਦੇ ਆ। ਸੋ ਇਹ ਸੰਸਾਰ ਦੇ ਵਿੱਚ ਜਿਤਨੇ ਵੀ ਪਦਾਰਥ ਹਨ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਸਾਰੇ ਵਿਕਾਰੀ ਹਨ। ਜਿਹੜਾ ਅਸਲ ਕੰਮ ਆਉਣ ਵਾਲਾ ਪਦਾਰਥ ਹੈ ਉਹ ਨਾਮ ਹੈ, ਅਤੇ ਉਹ ਸੱਚੇ ਪਾਤਸ਼ਾਹ ਕਹਿੰਦੇ ਉਹਦਾ ਵਪਾਰ ਸੱਚਾ ਹੈ। ਸੱਚਾ ਸੌਦਾ ਹਰ ਨਾਮ ਹੈ, ਸੱਚਾ ਵਪਾਰਾ ਰਾਮ। ਵਾਹਿਗੁਰੂ ਦਾ ਨਾਮ ਸੱਚਾ ਸੌਦਾ ਹੈ ਅਤੇ ਉਹਦਾ ਵਪਾਰ ਵੀ ਸੱਚਾ ਹੈ। ਗੁਰਮਤਿ ਹਰ ਨਾਮ ਵਣਜੀਐ, ਅਤਿ ਮੋਲ ਅਪਾਰਾ ਰਾਮ। ਗੁਰੂ ਦੀ ਮੱਤ ਲੈ ਕੇ ਇਸ ਨਾਮ ਦਾ ਵਣਜ ਕੀਤਾ ਜਾਂਦਾ ਹੈ। ਜਿਵੇਂ ਸਾਧ ਸੰਗਤ ਜੀ, ਬਿਜ਼ਨਸ ਕਰਨਾ, ਵਪਾਰ ਕਰਨਾ ਜਣੇ ਖਣੇ ਦੇ ਵੱਸ ਦੀ ਗੱਲ ਨਹੀਂ। ਕਿਸੇ ਉਸਤਾਦ ਕੋਲੋਂ, ਕਿਸੇ ਟੀਚਰ ਕੋਲੋਂ ਉਹਦੀ ਪੜ੍ਹਾਈ ਕਰਨੀ ਪੈਂਦੀ। ਅੱਜ ਕੱਲ੍ਹ ਯੂਨੀਵਰਸਿਟੀਆਂ ਵਿੱਚ, ਕਾਲਜਾਂ ਵਿੱਚ ਜਿਹੜੀ ਹੈ ਉਹ ਬਿਜ਼ਨਸ ਦੀ ਪੜ੍ਹਾਈ ਵਿਸ਼ੇਸ਼ ਕਰਕੇ ਕਰਾਈ ਜਾਂਦੀ। ਪਹਿਲੇ ਵੀ ਕਰਦੇ ਸੀ। ਅੱਜ ਤੋਂ ਕੋਈ 2300 ਸਾਲ ਪਹਿਲਾਂ ਚੰਦਰਗੁਪਤ ਮੌਰਿਆ ਦੇ ਸਮੇਂ ਮਹਾਂ ਵਿਦਵਾਨ ਚਾਣਕਿਆ, ਜਿਹਨੂੰ ਅਸੀਂ ਕੌਟਲਿਆ ਵੀ ਕਹਿੰਦੇ ਹਾਂ, ਉਹਦੇ 3 ਨਾਮ ਪ੍ਰਸਿੱਧ ਹਨ। ਵਿਅਕਤੀ ਇੱਕੋ ਹੀ ਹੋਇਆ। ਚਾਣਕਿਆ ਰੂਪ ਵਿੱਚ ਰਾਜਨੀਤੀ ਲਿਖੀ ਹੈ, ਔਰ ਕੌਟਲਿਆ ਨਾਂ ਕਰਕੇ ਉਹਨੇ ਅਰਥ ਸ਼ਾਸਤਰ ਲਿਖਿਆ ਹੈ। ਵਾਤਸਾਇਨ ਕਰਕੇ ਕਾਮ ਸੂਤਰ ਦੀ ਰਚਨਾ ਕੀਤੀ ਹੈ। ਐਸਾ ਮੰਨਿਆ ਜਾਂਦਾ। ਭਿੰਨ ਭਿੰਨ ਮਤ ਵੀ ਹਨ
ਤੋ ਕੌਟਲਿਆ ਨੇ ਜੋ ਅਰਥ ਸ਼ਾਸਤਰ ਲਿਖਿਆ ਹੈ ਉਹਦੇ ਵਿੱਚ ਉਸਨੇ ਸਾਰੇ ਦੇਸ਼ ਦਾ ਸਿਸਟਮ ਰਾਜੇ ਨੇ ਕਿਵੇਂ ਚਲਾਉਣਾ ਹੈ ਅੱਜ ਤੋਂ 2300 ਸਾਲ ਪਹਿਲਾਂ ਬਹੁਤ ਹੀ ਸੁੰਦਰ ਲਿਖਿਆ। ਜਿੰਨੇ ਵੀ ਦੁਨੀਆ ਦੇ ਵਿੱਚ ਅੱਜ ਅਰਥ ਸ਼ਾਸਤਰ ਹਨ ਉਹ ਕੌਟਲਿਆ ਨੂੰ ਵੇਖ ਕੇ ਹੀ ਬਣਾਏ ਜਾਂਦੇ ਹਨ। ਸੰਸਕ੍ਰਿਤ ਵਿੱਚ ਉਸਨੇ ਗ੍ਰੰਥ ਦੀ ਰਚਨਾ ਕੀਤੀ ਹੈ। ਬਾ ਕਮਾਲ ਹੈ। ਨਿੱਕੇ ਨਿੱਕੇ ਸੌਦੇ ਦੁਕਾਨਦਾਰਾਂ ਦਾ, ਘੋੜਿਆਂ ਦੇ ਵਪਾਰ ਦਾ, ਬਲਦਾਂ ਦਾ ਔਰ ਰਾਜਿਆਂ ਦਾ, ਮੰਤਰੀਆਂ ਦਾ, ਫੌਜ ਦਾ, ਪੁਲਿਸ ਦਾ, ਜਿੰਨਾ ਵੀ ਸੰਸਾਰ ਦਾ ਸਿਸਟਮ ਹੈ ਉਹ ਕਿਵੇਂ ਰਾਜ ਨੇ ਚਲਾਉਣਾ ਉਸ ਨੇ ਅੱਜ ਤੋਂ 2300 ਸਾਲ ਪਹਿਲਾਂ ਹੀ ਤਿਆਰ ਕਰ ਦਿੱਤਾ ਸੀ। ਸੋ ਉਹ ਵਿੱਦਿਆ ਚੱਲੀ ਆਉਂਦੀ, ਉਹਨੂੰ ਅਰਥ ਸ਼ਾਸਤਰ ਵਿੱਦਿਆ ਕਹਿੰਦੇ ਆ। ਉਹਦੇ ਵਿੱਚੋਂ ਹੀ ਬਿਜ਼ਨਸ ਹੈ, ਉਹਦੇ ਵਿੱਚੋਂ ਹੀ BCom, ਕਮਰਸ ਆਦਿਕ ਜਿਹੜੇ ਇਹ ਪੜ੍ਹਾਈਆਂ ਚੱਲੀਆਂ, ਬਹੁਤ ਉਹਦੇ ਅੱਗੇ ਸ਼ਾਖਾ ਬਣ ਗਈਆਂ। ਪਰ ਬਿਨਾਂ ਪੜ੍ਹਾਈ ਦੇ ਜੇ ਕੋਈ ਬੰਦਾ ਮੇਰੇ ਵਰਗਾ ਅਨਪੜ੍ਹ ਬੰਦਾ ਕਹੇ ਵੀ ਮੈਂ ਬਹੁਤ ਵੱਡਾ ਬਿਜ਼ਨਸਮੈਨ ਬਣ ਜਾਵਾਂ, ਔਖਾ ਹੈ। ਸੋ ਜੇ ਸੰਸਾਰੀ ਬਿਜ਼ਨਸ ਕਰਨਾ ਹੋਵੇ ਕਿਸੇ ਯੂਨੀਵਰਸਿਟੀ ਕਾਲਜ ਤੋਂ ਪੜ੍ਹਾਈ ਕਰਨੀ ਪੈਂਦੀ ਹੈ। ਜੇ ਨਾਮ ਦਾ ਵਪਾਰ ਕਰਨਾ ਹੋਵੇ, ਨਾਮ ਦਾ ਬਿਜ਼ਨਸ ਕਰਨਾ ਹੋਵੇ, ਨਾਮ ਦੀ ਕਮਾਈ ਕਰਨੀ ਹੋਵੇ ਤਾਂ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਮੱਤ ਲੈਣੀ ਪੈਂਦੀ ਹੈ। ਗੁਰਮਤਿ ਹਰ ਨਾਮ ਵਣਜੀ ਹੈ। ਮਹਾਰਾਜ ਕਹਿੰਦੇ ਗੁਰੂ ਦੀ ਮੱਤ ਲੈ ਕੇ ਨਾਮ ਦਾ ਵਣਜ ਕਰੀਦਾ ਹੈ। ਹੋਰ ਕਿਤੇ ਤੁਹਾਨੂੰ ਸੰਸਾਰ ਦੇ ਵਿੱਚ ਇਸ ਬਿਜ਼ਨਸ ਬਾਰੇ, ਇਸ ਵਪਾਰ ਬਾਰੇ ਕੋਈ ਦੱਸ ਨਹੀਂ ਸਕੇਗਾ। ਜੇ ਦੁਨਿਆਵੀ ਬਿਜ਼ਨਸਮੈਨਾਂ ਨੂੰ ਪੁੱਛੀਏ ਵੀ ਨਾਮ ਦਾ ਵਪਾਰ ਕਿਵੇਂ ਕਰਦੇ ਹੋ, ਕਹਿੰਦੇ ਸਾਨੂੰ ਨਹੀਂ ਪਤਾ। ਬੇਸ਼ੱਕ ਅਰਥ ਸ਼ਾਸਤਰ ਪੜ੍ਹ ਲਓ ਪਰ ਤੁਸੀਂ ਅਰਥ ਸ਼ਾਸਤਰ ਪੜ੍ਹ ਕੇ ਕੌਟਲਿਆ ਦਾ ਨਾਮ ਨਹੀਂ ਜਪ ਸਕੋਗੇ। ਨਾਮ ਜਪਣ ਲਈ ਗੁਰੂ ਦਾ ਸ਼ਾਸਤਰ ਪੜ੍ਹਨਾ ਪਏਗਾ, ਗੁਰਬਾਣੀ ਪੜ੍ਹਨੀ ਪਏਗੀ, ਮਹਾਂਪੁਰਸ਼ਾਂ ਸੰਤਾਂ ਭਗਤਾਂ ਦੀ ਸੰਗਤ ਕਰਨੀ ਪਏਗੀ। ਇਸ ਕਰਕੇ ਇਹ ਸੌਦਾ ਜਿਹੜਾ ਹੈ ਗੁਰੂ ਦੀ ਮੱਤ ਤੋਂ ਹੀ ਮਿਲਦਾ ਹੈ। ਗੁਰਮਤਿ ਹਰ ਨਾਮ ਵਣਜੀਐ, ਅਤਿ ਮੋਲ ਅਫਾਰਾ ਰਾਮ। ਇਹਦਾ ਜਿਹੜਾ ਮੁੱਲ ਹੈ ਉਹ ਅਫਾਰਾ ਭਾਵ ਪਰੇ ਤੋਂ ਪਰੇ ਅਪਰੰਪਾਰ ਹੈ, ਉਹਦਾ ਕੋਈ ਅੰਤ ਨਹੀਂ ਹੈ, ਬੇਅੰਤ ਹੈ। ਅਤਿ ਮੋਲ ਅਫਾਰਾ ਸੱਚ ਵਪਾਰਾ, ਸੱਚ ਵਪਾਰ ਲੱਗੇ ਵਡ ਭਾਗੀ। ਅਤਿਅੰਤ ਹੀ ਅਫਾਰਾ ਮੁੱਲ ਹੈ, ਭਾਵ ਕੋਈ ਉਹ ਲੱਖਾਂ ਕਰੋੜਾਂ ਅਰਬਾਂ ਖਰਬਾਂ ਦਾ ਸੌਦਾ ਨਹੀਂ, ਬਿਲਕੁਲ ਬੇਸ਼ਕੀਮਤੀ ਹੈ। ਅਮੁੱਲ ਗੁਣ, ਅਮੁੱਲ ਵਪਾਰ, ਅਮੁੱਲ ਵਪਾਰੀਏ, ਅਮੁੱਲ ਭੰਡਾਰ, ਐਸਾ ਉਹ ਸੱਚਾ ਵਪਾਰ ਹੈ। ਸੱਚ ਵਪਾਰ ਲੱਗੇ ਵਡ ਭਾਗੀ। ਇਹ ਸੱਚੇ ਵਪਾਰ ਵਿੱਚ ਲੱਗੇ ਕੌਣ ਹਨ? ਜਿਨ੍ਹਾਂ ਦੇ ਵੱਡੇ ਭਾਗ ਹਨ। ਬਿਨਾਂ ਭਾਗਾਂ ਦੇ ਸਾਧੂਆਂ, ਮਹਾਂਪੁਰਸ਼ਾਂ, ਗੁਰਸਿੱਖਾਂ ਦੇ ਦਰਸ਼ਨ ਹੀ ਨਹੀਂ ਹੁੰਦੇ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਗੁਰ ਪੂਰਾ ਭੇਟਿਓ ਵਡ ਭਾਗੀ। ਵੱਡੇ ਭਾਗਾਂ ਨਾਲ ਪੂਰਾ ਗੁਰੂ ਮਿਲਿਆ ਹੈ ਅਤੇ ਵੱਡੇ ਭਾਗਾਂ ਵਾਲੇ ਹੀ ਇਸ ਵਪਾਰ ਵਿੱਚ ਜੁੜੇ ਹਨ। ਅੰਤਰ ਬਾਹਰ ਭਗਤੀ ਰਾਤੇ, ਸੱਚ ਨਾਮ ਲਿਵ ਲਾਗੀ। ਅੰਤਰ ਬਾਹਰ ਭਗਤੀ ਰਾਤੇ, ਉਹ ਮਹਾਂਪੁਰਸ਼ ਅੰਦਰ ਵੀ ਬਾਹਰ ਵੀ, ਭਾਵ ਘਰ ਬਾਹਰ ਤੇਰਾ ਪ੍ਰਵਾਸਾ, ਵਾਹਿਗੁਰੂ ਦੀ ਭਗਤੀ ਕਰਦੇ, ਭਾਵੇਂ ਉਹ ਘਰ ਵਿੱਚ ਬੈਠੇ ਹਨ, ਭਾਵੇਂ ਬਾਹਰ ਬਾਜ਼ਾਰ ਵਿੱਚ ਤੁਰੇ ਫਿਰਦੇ ਹਨ, ਭਗਤੀ ਵਿੱਚ। ਇਹ ਤਾਂ ਬਹਿਰੂਨੀ ਅਰਥ ਹੈ। ਜਿਹੜਾ ਇਹਦਾ ਅੰਦਰੂਨੀ ਅਰਥ ਹੈ, ਸੂਖਮ ਅਰਥ ਹੈ, ਮਹਾਂਪੁਰਸ਼ਾਂ ਤੋਂ ਸੁਣਿਆ ਹੈ, ਉਹ ਇਹ ਹੈ ਵੀ ਨਿਰਗੁਣ ਦੀ ਭਗਤੀ ਅੰਤਰਾਤਮੇ ਹੁੰਦੀ ਹੈ ਅਤੇ ਸਰਗੁਣ ਦੀ ਭਗਤੀ ਬਾਹਰੋਂ ਕਿਸੇ ਅਵਤਾਰ ਨੂੰ, ਕਿਸੇ ਗੁਰੂ ਪੀਰ ਨੂੰ ਪ੍ਰਤੀਕ ਮੰਨ ਕੇ ਹੁੰਦੀ ਹੈ। ਜ਼ਿਆਦਾਤਰ ਭਗਤੀ ਜਿਹੜੀ ਹੈ ਉਹ ਸਰਗੁਣ ਦੀ ਹੀ ਲੋਕ ਕਰਦੇ ਹਨ। ਕੋਈ ਮਹਾਰਾਜ ਰਾਮ ਚੰਦਰ ਜੀ ਦਾ ਸਰੂਪ ਰੱਖ ਕੇ ਉਹਨਾਂ ਦੀ ਭਗਤੀ ਕਰਦੇ, ਕੋਈ ਭਗਵਾਨ ਕ੍ਰਿਸ਼ਨ ਜੀ ਦਾ ਬਣਾ ਕੇ ਸਰੂਪ, ਉਹਨਾਂ ਦੀ ਮੂਰਤੀ ਬਣਾ ਕੇ ਉਹਨਾਂ ਦੀ ਭਗਤੀ ਕਰਦੇ, ਕੋਈ ਕਿਸੇ ਰੂਪ ਵਿੱਚ ਕੋਈ ਸ਼ਿਵ ਜੀ ਭਗਵਾਨ ਦਾ ਉਪਾਸ਼ਕ ਹੈ ਅਤੇ ਕੋਈ ਸਤਿਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਆ ਕੇ ਨਮਸਕਾਰ ਕਰਦਾ ਹੈ, ਮੱਥਾ ਟੇਕਦਾ ਹੈ, ਮਨ ਨੂੰ ਸ਼ਾਂਤੀ ਮਿਲਦੀ ਹੈ ਦਰਸ਼ਨ ਕਰਕੇ। ਇਹ ਸਰਗੁਣ ਸਰੂਪ ਦੀ
ਬਾਹਰਮੁਖੀ ਭਗਤੀ ਹੁੰਦੀ ਹੈ। ਜਦੋਂ ਕਿਸੇ 'ਤੇ ਬਹੁਤ ਕਿਰਪਾ ਹੁੰਦੀ ਹੈ, ਉਹਨੂੰ ਅੰਦਰਲੀ ਭਗਤੀ ਦੀ ਵੀ ਪ੍ਰਾਪਤੀ ਹੋ ਜਾਂਦੀ ਹੈ। ਉਸ ਨੂੰ ਅਕਾਲ ਪੁਰਖ ਦੇ ਸਰੂਪ ਦੇ ਅੰਦਰੋਂ ਦਰਸ਼ਨ ਹੁੰਦੇ, ਫਿਰ ਪ੍ਰੇਮਾ ਭਗਤੀ ਸ਼ੁਰੂ ਹੁੰਦੀ ਹੈ। ਸੋ ਉਹ ਜਿਹੜੀ ਪ੍ਰੇਮਾ ਭਗਤੀ ਹੈ, ਉਹਦੀ ਕਥਾ ਹੋ ਨਹੀਂ ਸਕਦੀ, ਕੋਈ ਦੱਸ ਨਹੀਂ ਸਕਦਾ। ਨਾ ਦੱਸੀ ਗਈ ਅੱਜ ਤਾਈਂ, ਨਾ ਉਹ ਦੱਸੀ ਜਾ ਸਕੇਗੀ। ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਦੀ ਵਿਆਖਿਆ ਕੀਤੀ ਹੋਈ ਹੈ, ਪਰ ਸਾਡੀ ਸੁਰਤ ਉਹਨੂੰ ਪਕੜ ਨਹੀਂ ਸਕਦੀ। ਸੋ ਮਹਾਰਾਜ ਕਹਿੰਦੇ ਹੈ, ਅੰਤਰ ਬਾਹਰ ਭਗਤੀ ਰਾਤੇ। ਅੰਤਰੀ ਵੀ ਭਗਤੀ, ਭਾਵ ਮਨ ਦੇ ਵਿੱਚ ਵੀ ਪਰਮੇਸ਼ਰ ਨੂੰ, ਆਪਣੇ ਅੰਦਰ ਵੀ ਵਾਹਿਗੁਰੂ ਦੇ ਸਰੂਪ ਨੂੰ ਦੇਖਦੇ ਹਨ, ਅਤੇ ਬਾਹਰ ਵੀ ਜਿਤਨਾ ਪਸਾਰਾ ਹੈ ਉਹ ਪਰਮੇਸ਼ਰ ਰੂਪ ਕਰਕੇ ਹੀ ਜਾਣਦੇ ਹਨ। ਆਖੋ ਸ੍ਰੀ ਵਾਹਿਗੁਰੂ। ਜੈਸੇ ਭਗਤ ਨਾਮਦੇਵ ਜੀ ਮਹਾਰਾਜ ਆਪਣੇ ਅੰਦਰ ਵੀ ਪਰਮੇਸ਼ਰ ਦੀ ਜੋਤ ਨੂੰ ਦੇਖ ਰਹੇ ਹਨ, ਅਤੇ ਬਾਹਰ ਵੀ ਜੋ ਸੰਸਾਰ ਦੇ ਵਿੱਚ ਜੋ ਕੁਛ ਵੀ ਦਿਸਦਾ ਹੈ, ਉਹਦੇ ਵਿੱਚ ਪਰਮੇਸ਼ਰ ਦੀ ਜੋਤ ਦੇਖ ਰਹੇ ਹਨ। ਕੁੱਤਾ ਚੰਗੇਰ 'ਚੋਂ ਪ੍ਰਸ਼ਾਦਾ ਚੁੱਕ ਕੇ ਦੌੜ ਗਿਆ, ਪਿੱਛੇ ਕੁੱਜਾ ਲੈ ਕੇ ਘਿਓ ਦਾ ਦੌੜ ਪਏ। ਭਗਵਾਨ ਜੀ, ਰੁੱਖੀ ਰੋਟੀ ਨਾ ਖਾਓ, ਤੁਹਾਡੇ ਗਲ 'ਚ ਫਸ ਜੇਗੀ। ਲੋਕ ਕਹਿੰਦੇ ਪਾਗਲ ਹੈ, ਪਰ ਕੁੱਤੇ ਨੂੰ ਸੀ ਵੀ ਰੋਟੀ ਖੋਹ ਨਾ ਲਵੇ, ਉਹ ਹੋਰ ਦੌੜਦਾ। ਇਹਨਾਂ ਨੂੰ ਹੈ ਵੀ ਕੁੱਤਾ ਭਗਵਾਨ ਦਾ ਹੀ ਰੂਪ ਹੈ, ਚੋਪੜ ਕੇ ਖਾ ਲਵੇ। ਤੋ 4-5 ਮੀਲ ਦੌੜੇ ਹੀ ਗਏ। ਕੁੱਤਾ ਅਖੀਰ ਕਿੰਨਾ ਕੁ ਦੌੜੇਗਾ, ਬੰਦਾ ਵੀ ਕਿੰਨਾ ਕੁ ਦੌੜੇਗਾ। ਪਰਮੇਸ਼ਰ ਨੇ ਸੋਚਿਆ ਇਹ ਤਾਂ ਦੋਵੇਂ ਦੌੜ ਦੌੜ ਕੇ ਸਾਊ ਸਾਈ ਹੋ ਗਏ ਨੇ, ਮਰ ਜਾਣਗੇ। ਭਗਵਾਨ ਕੁੱਤੇ 'ਚੋਂ ਪ੍ਰਗਟ ਹੋ ਕੇ ਕਹਿੰਦਾ, ਲਿਆ ਚੋਪੜ ਕੇ ਦੇ ਖਾ ਲੈਣਾ। ਐਸੀ ਉਹ ਭਗਤੀ ਦੀ ਖੇਡ ਹੈ। ਅੰਤਰ ਬਾਹਰ ਭਗਤੀ ਰਾਤੇ। ਅੰਦਰੋਂ ਵੀ ਬਾਹਰੋਂ ਵੀ ਜੋ ਕੁਛ ਦਿਸਦਾ ਹੈ ਤੇਰਾ ਹੀ ਰੂਪ ਹੈ। ਸੱਚ ਨਾਮ ਲਿਵ ਲਾਗੀ, ਵਾਹਿਗੁਰੂ 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 ਵਾਹਿਗੁਰੂ, ਤੂੰ ਹੀ ਹੈ, ਤੂੰ ਹੀ ਹੈ, ਤੂੰ ਹੀ ਹੈ, ਤੂੰ ਹੀ ਹੈ। ਐਸੇ ਅਭਿਆਸ ਦੇ ਨਾਲ ਉਹਨਾਂ ਦੀ ਲਿਵ ਲੱਗ ਜਾਂਦੀ ਹੈ। ਨਦਰ ਕਰੇ ਸੋਈ ਸੱਚ ਪਾਏ, ਗੁਰ ਕੈ ਸ਼ਬਦ ਵਿਚਾਰਾ। ਜਿਨ੍ਹਾਂ ਦੇ ਵਾਹਿਗੁਰੂ ਮਿਹਰ ਦੀ ਨਦਰ ਕਰਦਾ ਹੈ, ਉਹੀ ਮਹਾਰਾਜ ਸੱਚ ਸਰੂਪ ਨੂੰ ਪਾਉਂਦੇ ਹਨ। ਸਭ ਤੋਂ ਵੱਡੀ ਚੀਜ਼ ਹੈ ਉਹਦੀ ਨਜ਼ਰ। ਜਿਨ ਕੋ ਨਦਰ ਕਰਮ ਤਿਨ ਕਾਰ, ਨਾਨਕ ਨਦਰੀ ਨਦਰ ਨਿਹਾਲ। ਅਕਾਲ ਪੁਰਖ ਵਾਹਿਗੁਰੂ ਮਿਹਰਾਂ ਦਾ ਸਾਈਂ ਮਿਹਰ ਕਰ ਦੇਵੇ, ਰਹਿਮਤ ਕਰ ਦੇਵੇ, ਅਤੇ ਉਸੇ ਬੰਦੇ ਨੂੰ ਸੱਚ ਦੀ ਪ੍ਰਾਪਤੀ ਹੁੰਦੀ ਹੈ। ਗੁਰ ਕੈ ਸ਼ਬਦ ਵਿਚਾਰਾ। ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ, ਗੁਰੂ ਕੇ ਸ਼ਬਦ ਦੁਆਰਾ ਉਸ ਆਤਮ ਤੱਤ ਦਾ ਚਿੰਤਨ ਕਰਨਾ ਪੈਂਦਾ ਹੈ, ਫਿਰ ਇਹ ਗੱਲ ਬਣਦੀ ਹੈ। ਨਾਨਕ ਨਾਮ ਰਤੇ ਤਿਨ ਹੀ ਸੁਖ ਪਾਇਆ। ਮਹਾਰਾਜ ਕਹਿੰਦੇ ਜਿਹੜੇ ਨਾਮ ਦੇ ਵਿੱਚ ਰੰਗੇ ਗਏ ਹਨ, ਉਹਨਾਂ ਨੂੰ ਹੀ ਸੁੱਖ ਦੀ ਪ੍ਰਾਪਤੀ ਹੈ। ਸਾਚੈ ਕੇ ਵਪਾਰਾ। ਸੱਚੇ ਨਾਮ ਦਾ ਜੋ ਵਪਾਰ ਕਰਦੇ ਹਨ, ਉਹਨਾਂ ਦੇ ਅੰਦਰ ਬਾਹਰ ਸੁੱਖ ਹੀ ਹੈ। ਜੈ ਜਾਈਐ ਤਹਾਂ ਸੁਹੇਲੇ, ਕਰ ਕਿਰਪਾ ਪ੍ਰਭ ਮੇਲੇ। ਹਉਮੈ ਮਾਇਆ ਮੈਲ ਹੈ, ਮਾਇਆ ਮੈਲ ਭਰੀਜੈ ਰਾਮ। ਹੁਣ ਮਹਾਰਾਜ ਦੱਸ ਰਹੇ ਹਨ, ਇਹ ਸੰਸਾਰ ਦੇ ਵਿੱਚ ਹਉਮੈ ਦੀ ਜੀਵ ਨੂੰ ਜਿਹੜੀ ਮੈਲ ਲੱਗੀ ਹੋਈ ਹੈ, ਉਹ ਇਹੋ ਜਿਹੀ ਬੜੀ ਸੂਖਮ, ਬਹੁਤ ਸੂਖਮ ਪੜਦਾ ਹੈ। ਹਾਂ ਭੀਤ ਭਇਓ ਹੈ ਬੀਚੋ, ਸੁਣਦ ਦੇਸ ਨਿਕਟਾਇਓ, ਭਾਂਬੀਰੀ ਕੇ ਪਾਤ ਪਰ ਦੋ, ਬਿਨ ਪੇਖੇ ਦੁਰਾਇਓ। ਹਉਮੈ ਮਾਇਆ ਮੈਲ ਹੈ। ਔਰ ਮਾਇਆ ਜੋ ਦਿਸਦੇ ਹੋਏ ਪਦਾਰਥ, ਜੋ ਦ੍ਰਿਸ਼ ਹੈ ਉਹ ਮਾਇਆ ਹੈ, ਜੋ ਦ੍ਰਿਸ਼ਟਾ ਹੈ ਉਹ ਬ੍ਰਹਮ ਹੈ, ਚੇਤਨ ਹੈ। ਸੋ ਜੋ ਦਿਸ ਰਿਹਾ ਹੈ ਉਹਦੇ ਉੱਤੇ ਹੀ ਸਾਰਿਆਂ ਦਾ ਧਿਆਨ ਹੈ, ਦੇਖਣ ਵਾਲੇ ਦਾ ਪਤਾ ਹੀ ਨਹੀਂ। ਸੋ ਜਦੋਂ ਮਹਾਰਾਜ ਕਹਿੰਦੇ ਮਾਇਆ ਅਤੇ ਹਉਮੈ, ਇਹਦੀ ਮੈਲ ਜੀਵ ਨੂੰ ਲੱਗ ਜਾਂਦੀ ਹੈ। ਮਾਇਆ ਮੈਲ ਭਰੀਜੈ ਰਾਮ। ਉਹਦੇ ਵਿੱਚੋਂ ਹੋਰ ਮੈਲ ਅੰਤःਕਰਨ ਨੂੰ ਲੱਗਦੀ ਜਾਂਦੀ, ਭਰੀ ਜਾਂਦੀ ਹੈ। ਅਨੇਕਾਂ ਰੂਪ ਨੇ ਮਾਇਆ ਦੇ ਵੀ। ਧਨ ਪਦਾਰਥ, ਪੈਸਾ ਟਕਾ, ਜ਼ਮੀਨ ਜਾਇਦਾਦ, ਸੋਨਾ ਚਾਂਦੀ, ਬਿਜਨਸ ਕਾਰੋਬਾਰ, ਇਹ ਤਾਂ ਮਾਇਆ ਹੈ ਹੀ ਹੈ। ਮਾਤਾ ਪਿਤਾ, ਭੈਣ ਭਾਈ, ਧੀਆਂ ਪੁੱਤਰ, ਇਸਤਰੀ ਵੀ ਮਾਇਆ ਹੈ।
ਆਪਣਾ ਸਰੀਰ ਸਿਰ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਸਭ ਮਾਇਆ ਹੀ ਹੈ। ਮਨ, ਬੁੱਧੀ, ਚੇਤਾ, ਹੰਕਾਰ, ਸਤੋ, ਰਜੋ, ਤਮੋ ਗੁਣ ਸਭ ਮਾਇਆ ਹੀ ਹੈ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ। ਇਹ ਜਿਹੜੇ ਸਤੋ, ਰਜੋ, ਤਮੋ ਨੇ, ਇਹ ਵੀ ਮਾਇਆ ਦੇ ਚੇਲੇ ਨੇ। ਉਹ ਵੇਖਿਆ ਉਹਨਾਂ ਨਜ਼ਰ ਨਾ ਆਵੇ। ਦੇਖੋ ਕੈਸੀ ਖੇਡ ਹੈ ਵੀ ਪਰਮੇਸ਼ਰ ਪਾਰ ਬ੍ਰਹਮ ਇਹਨਾਂ ਨੂੰ ਦੇਖਦਾ ਹੈ, ਪਰ ਇਹ ਸਤੋ, ਰਜੋ, ਤਮੋ ਉਸ ਨੂੰ ਨਹੀਂ ਦੇਖ ਸਕਦੇ, ਉਹ ਇਹਨਾਂ ਨੂੰ ਦੇਖਦਾ ਹੈ। ਇਸ ਕਰਕੇ ਇਹ ਸਾਰੇ ਦ੍ਰਿਸ਼ ਪ੍ਰਪੰਚ ਮਾਇਆ ਹੀ ਹੈ। ਜਿੰਨਾ ਵੀ ਦ੍ਰਿਸ਼ ਹੈ ਉਹ ਮਾਇਆ ਹੈ, ਜਿਹੜਾ ਦ੍ਰਿਸ਼ਟਾ ਹੈ ਉਹ ਬ੍ਰਹਮ ਦਾ ਅੰਸ਼ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸੋ ਮਹਾਰਾਜ ਕਹਿੰਦੇ ਮਾਇਆ ਦੀ ਮੈਲ ਫਿਰ ਭਰੀ ਜਾਂਦੀ ਹੈ। ਹਰ ਵੇਲੇ ਹੁਣ ਸਾਡਾ ਧਿਆਨ ਪਦਾਰਥ ਦ੍ਰਿਸ਼ਮਾਨ ਉੱਤੇ ਹੀ ਹੈ ਨਾ, ਦ੍ਰਿਸ਼ਟੀ 'ਤੇ ਤਾਂ ਧਿਆਨ ਜਾਂਦਾ ਨਹੀਂ। ਗੁਰਮਤਿ ਮਨ ਨਿਰਮਲਾ, ਰਸਨਾ ਹਰ ਰਸ ਪੀਜੈ ਰਾਮ। ਗੁਰੂ ਦੀ ਮੱਤ ਨਾਲ ਮਨ ਨਿਰਮਲ ਹੋ ਜਾਂਦਾ ਹੈ। ਗੁਰ ਕੀ ਮੱਤ ਤੂੰ ਲੇਹ ਆਨੇ। ਗੇ ਮੇਰੇ ਮਨ, ਜਦੋਂ ਤੂੰ ਗੁਰੂ ਦੀ ਮੱਤ ਲਏਗਾ ਤੇ ਤੂੰ ਸਿਆਣਾ ਬਣੇਗਾ। ਅਤੇ ਜੇ ਉੱਦਾਂ ਕਵੇਂ ਭਗਤ ਬਿਨਾ ਬੋ ਡੂਬੇ ਸਿਆਣੇ, ਜਿੰਨੇ ਮਰਜ਼ੀ ਸਿਆਣੇ ਬਣੇ ਫਿਰੋ, ਪਰਮੇਸ਼ਰ ਦੀ ਭਗਤੀ ਤੋਂ ਬਿਨਾਂ ਸਾਰੇ ਹੀ ਸਿਆਣੇ ਡੁੱਬ ਡੁੱਬ ਮਰਦੇ ਹਨ। ਗੁਰਮਤਿ ਮਨ ਨਿਰਮਲਾ, ਰਸਨਾ ਹਰ ਰਸ ਪੀਜੈ ਰਾਮ। ਵਾਹਿਗੁਰੂ 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 ਵਾਹਿਗੁਰੂ। ਰਸਨਾ ਨਾਲ ਨਾਮ ਦਾ ਰਸ ਪੀਣਾ ਕਰੀਏ। ਰਸਨਾ ਹਰ ਰਸ ਪੀਜੈ ਅੰਤਰ ਭੀਜੈ। ਜਦੋਂ ਰਸਨਾ ਨਾਲ ਨਾਮ ਰਸ ਪੀਵਾਂਗੇ, ਵਾਹਿਗੁਰੂ ਦਾ ਨਾਮ ਜਪਾਂਗੇ, ਤਾਂ ਅੰਦਰ ਸਾਡਾ ਹਿਰਦਾ ਭਿੱਜੇਗਾ। ਜਿਹੜਾ ਪੱਥਰ ਵਰਗਾ ਕਠੋਰ ਸਾਡਾ ਦਿਲ ਹੈ ਨਾ, ਨਾਮ ਅਭਿਆਸ ਕਰਨ ਦੇ ਨਾਲ ਉਹ ਵੀ ਸੂਖਮ ਅਤੇ ਉਹ ਵੀ ਕੋਮਲ ਹੋ ਜਾਂਦਾ ਹੈ, ਭਿੱਜ ਜਾਂਦਾ। ਸਾਜ ਸ਼ਬਦ ਵਿਚਾਰੀ, ਉਹ ਸੱਚੇ ਵਾਹਿਗੁਰੂ ਦੇ ਸੱਚੇ ਸ਼ਬਦ ਦੁਆਰਾ ਵਿਚਾਰ ਕਰਨੀ ਹੈ। ਸ਼ਬਦ ਦੁਆਰਾ ਸੱਚ ਦੀ ਵਿਚਾਰ ਕਰਨੀ ਹੈ। ਅੰਤਰ ਖੂਟਾ ਅੰਮ੍ਰਿਤ ਭਰਿਆ, ਸਬਦੇ ਕਾਢ ਪੀਐ ਪਨਿਹਾਰੀ। ਇਸ ਅੰਤःਕਰਨ ਦੇ ਅੰਦਰ ਹੀ, ਖੂਹ ਦੇ ਵਿੱਚ ਬਹੁਤ ਵੱਡਾ ਅੰਮ੍ਰਿਤ ਸਰੂਪ ਪਰਮਾਤਮਾ ਬੈਠਾ ਹੋਇਆ ਹੈ। ਉਹ ਉਸ ਵਾਹਿਗੁਰੂ ਦੇ ਪਰਮੇਸ਼ਰ ਦੇ ਨਾਮ ਦਾ ਅੰਮ੍ਰਿਤ ਪਨਿਹਾਰੀ ਕਹਿੰਦੇ। ਜਿਹੜੀਆਂ ਬੀਬੀਆਂ ਖੂਹ ਤੋਂ ਪਾਣੀ ਭਰਨ ਜਾਂਦੀਆਂ ਨੂੰ ਪਨਿਹਾਰੀ ਕਹਿੰਦੇ। ਪਹਿਲੇ ਜ਼ਮਾਨੇ ਵਿੱਚ ਪਾਣੀ ਖੂਹਾਂ ਤੋਂ ਹੀ ਭਰਦੇ ਸੀ। ਇਹ ਤਾਂ ਸੰਨ 90 ਤੋਂ ਲਗਭਗ ਪਿੰਡਾਂ ਵਿੱਚ 90-95 'ਚ, ਕਿਤੇ 2000 ਦੇ ਵਿੱਚ ਟੂਟੀਆਂ ਵਗੈਰਾ ਲੱਗੀਆਂ, ਟੈਂਕੀਆਂ ਬਣੀਆਂ, ਟਿਊਬਵੈੱਲ ਲੱਗੇ। 85 ਤੱਕ ਦੇ ਅਸੀਂ ਆਪ ਦੇਖਿਆ ਵੀ ਖੂਹਾਂ 'ਤੇ ਹੀ ਸੀ ਸਾਰਾ ਕੁਛ। ਅਤੇ ਖੂਹਾਂ ਤੋਂ ਬੀਬੀਆਂ ਘੜੇ ਭਰ ਕੇ ਲਿਆਂਦੀਆਂ, ਉਹਨਾਂ ਨੂੰ ਪਨਿਹਾਰੀ ਕਹਿੰਦੇ ਸਨ। ਮਹਾਰਾਜ ਕਹਿੰਦੇ ਜਿਹੜੀ ਇਹ ਜੀਵਾ ਰੂਪੀ ਪਨਿਹਾਰੀ ਹੈ, ਆਪਣੇ ਅੰਦਰ ਹੀ ਜਿਹੜਾ ਖੂਹ ਭਰਿਆ ਅੰਮ੍ਰਿਤ ਦਾ, ਉੱਥੋਂ ਕੱਢ ਕੇ ਪਾਣੀ ਪੀ ਸਕਦੀ ਹੈ। ਪਰ ਉਹਦੇ ਲਈ ਰੱਸੀ ਡੋਲ ਜਿਹੜਾ ਹੈ ਉਹ ਚਾਹੀਦਾ। ਜਿਵੇਂ ਖੂਹ 'ਚੋਂ ਪਾਣੀ ਭਰਨਾ ਹੋਵੇ, ਬਾਲਟੀ, ਡੋਲ ਅਤੇ ਨਾਲ ਰੱਸੀ ਚਾਹੀਦੀ ਹੁੰਦੀ ਸੀ, ਘੜਾ ਚਾਹੀਦਾ ਹੁੰਦਾ ਸੀ। ਉਹ ਸਾਰਾ ਸਮਾਨ ਹੋਵੇਗਾ ਤਾਂ ਹੀ ਘਰ ਪਾਣੀ ਆਏਗਾ। ਤਾਂ ਇਸ ਤਰ੍ਹਾਂ ਸ਼ਬਦ ਦੁਆਰਾ ਵਾਹਿਗੁਰੂ 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 ਜਦੋਂ ਅਸੀਂ ਜਪਦੇ ਹਾਂ ਤਾਂ ਉਹ ਅੰਦਰੋਂ ਅੰਮ੍ਰਿਤ ਪ੍ਰਗਟ ਹੁੰਦਾ ਹੈ। ਅੱਜ ਕੱਲ੍ਹ ਨਾਸਤਿਕ ਲੋਕਾਂ ਦਾ ਗੁਰਦੁਆਰਿਆਂ 'ਤੇ ਬਹੁਤ ਕਬਜ਼ਾ ਹੋ ਗਿਆ ਹੈ। ਉਹ ਇਹ ਕਹਿੰਦੇ ਆ ਨਾਮ ਜਪਣ ਦਾ ਕੀ ਫਾਇਦਾ। ਪਰ ਸਾਧ ਸੰਗਤ ਜੀ, ਇੱਕੋ ਹੀ ਗੱਲ ਹੈ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੂੰ ਸਿਰਫ ਮੱਥਾ ਟੇਕਦੇ ਹਾਂ, ਪੜ੍ਹਦੇ ਨਹੀਂ। ਤਾਂ ਉਹ ਨਾਸਤਿਕ ਲੋਕ ਇਹੋ ਜਿਹੀਆਂ ਗੱਲਾਂ ਸਾਡੇ ਸਾਹਮਣੇ ਸਾਡੀਆਂ ਸਟੇਜਾਂ 'ਤੇ ਕਰ ਜਾਂਦੇ, ਅਸੀਂ ਚੁੱਪ ਕਰਕੇ ਸੁਣ ਲੈਂਦੇ ਹਾਂ ਫਿਰ ਵੀ, ਅਤੇ ਸਾਡਾ ਨਿਸ਼ਚਾ ਡੋਲਦਾ ਹੈ। ਨਾਮ ਜਪਣ ਦੀ ਕੀ ਲੋੜ ਹੈ, ਵਾਹਿਗੁਰੂ ਵਾਹਿਗੁਰੂ ਕਰਨਾ ਇਹਦਾ ਤੋਤਾ ਰੱਟਣੀ ਦੱਸਦੇ ਹੈ। ਪਰ ਨਹੀਂ, ਸ਼ਬਦੇ ਕਾਢ ਪੀਐ ਪਨਿਹਾਰੀ। ਅੰਦਰੋਂ ਅੰਮ੍ਰਿਤ ਨੂੰ ਕੱਢਣਾ ਹੈ ਅਤੇ ਉਹਦੇ ਲਈ ਅਭਿਆਸ ਜ਼ਰੂਰੀ ਹੈ। ਹਿਰਦੇ ਰਾਮ ਜੀ ਨੇ ਲਿਖਿਆ ਹੀ ਹੈ ਵੀ ਬਿਨ ਬੋਲ ਖੁੱਲ੍ਹੇ ਘਰ ਕੇ ਨਾ ਕਿਵਾਰਿਓ। ਕਹਿੰਦੇ ਜਿੰਨਾ ਚਿਰ ਅਸੀਂ ਕਿਸੇ ਦੇ ਬੂਹੇ 'ਤੇ ਜਾ ਕੇ ਬੈਲ ਨਹੀਂ ਖੜਕਾਵਾਂਗੇ, ਕੁੰਡੀ ਨਹੀਂ ਖੜਕਾਵਾਂਗੇ, ਅਗਲੇ ਨੂੰ ਕੀ ਪਤਾ ਬਾਹਰ ਕੌਣ ਖੜਾ। ਖੜ੍ਹੇ ਰਹੋ, ਸਾਰੀ ਰਾਤ ਖੜ੍ਹੇ ਰਹੋ। ਬੂਹਾ ਖੜਕਾਵਾਂਗੇ, ਅਗਲਾ ਕੁੰਡੀ ਖੋਲ੍ਹੇਗਾ, ਆਓ ਜੀ।
ਇਸੇ ਤਰ੍ਹਾਂ ਪਰਮੇਸ਼ਰ ਅਕਾਲ ਪੁਰਖ ਅੰਦਰ ਬੈਠਾ ਹੋਇਆ, ਪਰ ਦਰਵਾਜ਼ਾ ਖੜਕਾਉਣਾ ਪੈਣਾ ਅਤੇ ਦਰਵਾਜ਼ਾ ਸ਼ਬਦ ਨਾਲ ਹੀ ਖੋਲ੍ਹਣਾ। ਜਿਸ ਨਦਰ ਕਰੇ ਸੋਈ ਸੱਚ ਲਾਗੈ। ਜਿਸ 'ਤੇ ਵਾਹਿਗੁਰੂ ਨਦਰ ਕਰਦਾ ਉਹੀ ਉਹਦੇ ਸੱਚੇ ਨਾਮ ਵਿੱਚ ਲੱਗ ਜਾਂਦਾ। ਰਸਨਾ ਰਾਮ ਰਵੀਜੈ। ਰਸਨਾ ਨਾਲ ਰਾਮ ਦਾ ਨਾਮ ਜਪੀਏ। ਨਾਨਕ ਨਾਮ ਰਤੇ ਸੇ ਨਿਰਮਲ, ਹੋਰ ਹਉਮੈ ਮੈਲ ਭਰੀਜੈ। ਮਹਾਰਾਜ ਕਹਿੰਦੇ ਜਿਹੜੇ ਨਾਮ ਦੇ ਰੰਗ 'ਚ ਰੱਤੇ ਗਏ ਉਹ ਨਿਰਮਲ ਹੋ ਗਏ। ਹੋਰ ਸਾਰੀ ਦੁਨੀਆ ਦੇ ਅੰਦਰ ਹਉਮੈ ਦੀ ਮੈਲ ਹੈ। ਨਾਮ ਨਾਲ ਕੀ ਹੁੰਦਾ ਹੈ? ਸਭ ਤੋਂ ਪਹਿਲਾਂ ਤਾਂ ਮੈਂ ਮਿਟਦੀ ਹੈ। ਤੂੰ 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 ਕਰਤਾ ਤੂੰ ਹੁਆ, ਮੈਂ ਮੁਝ ਮੈਂ ਰਹਾ ਨਾ ਹੂੰ, ਇਹ ਖਤਮ ਹੁੰਦਾ ਹੈ। ਤਾਂ ਅਭਿਆਸ ਨਾਲ ਜਿਹੜੇ ਗੁਰਸਿੱਖ ਕਰਦੇ ਹੈ, ਜਿਨ੍ਹਾਂ 'ਤੇ ਕਿਰਪਾ ਹੁੰਦੀ ਹੈ, ਅਵਸਥਾ ਇਹ ਬਣਦੀ ਹੈ। ਅਤੇ ਇਹਦੇ ਵਿੱਚ ਵੀ ਬੜੀਆਂ ਹੀ ਉਤਰਾਅ ਚੜ੍ਹਾਅ ਆਉਂਦੇ ਨੇ। ਉਹ ਰਸਤੇ ਵਿੱਚ ਜਦੋਂ ਤੁਰਾਂਗੇ ਫਿਰ ਪਤਾ ਲੱਗੇਗਾ। ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਆ ਵੀ ਨਾਮ ਰੱਤੇ ਸੇ ਨਿਰਮਲ। ਜਿਹੜੇ ਨਾਮ ਦੇ ਰੰਗ 'ਚ ਰੱਤੇ ਉਹੀ ਨਿਰਮਲ। ਹੋਰ ਬਾਕੀ ਮੈਂ 'ਚ ਫਿਰਦੀ ਹੈ ਸਾਰੀ ਦੁਨੀਆ। ਜਿੱਥੇ ਮਰਜ਼ੀ ਦੇਖੋ, ਪੜ੍ਹੇ ਨੇ ਤਾਂ ਵੀ ਹਉਮੈ ਵਿੱਚ। ਅਨਪੜ੍ਹ ਬੰਦਿਆਂ 'ਚ ਜ਼ਿਆਦਾ ਹੁੰਦੀ ਹੈ। ਮੈਂ ਦੇਖਿਆ ਅਨਪੜ੍ਹ ਬੰਦੇ ਉਹ ਬਹੁਤ ਜ਼ਿਆਦਾ, ਪੜ੍ਹੇ ਲਿਖੇ ਉਦੋਂ ਜ਼ਿਆਦਾ। ਗਰੀਬ ਅਮੀਰ, ਅਮੀਰ 'ਚ ਹਉਮੈ ਹੁੰਦੀ ਪੈਸੇ ਦੀ, ਗਰੀਬ 'ਚ ਵੀ ਹੈ। ਕਈ ਗਰੀਬ ਉਹ ਕਹਿੰਦੇ ਲੈ ਅਸੀਂ ਭਾਵੇਂ ਗਰੀਬ ਹਾਂ ਪਰ ਇਹਨੂੰ ਅਸੀਂ ਕੀ ਸਮਝਦੇ ਹਾਂ, ਹਉਮੈ ਹੀ ਹੈ ਨਾ। ਹੈਂ, ਉਹ ਕਈ ਆਪਣੀ ਗਰੀਬੀ ਦੀ ਆਕੜ ਵਿੱਚ ਹੀ ਜਿਹੜੇ ਆ ਉਹ ਭਾਵੇਂ ਹੀਣ ਭਾਵਨਾ ਕਹਿ ਲਓ, ਹੀਣ ਭਾਵਨਾ ਵੀ ਮੈਂ ਤੋਂ ਹੀ ਆ ਰਹੀ ਹੈ ਨਾ, ਉਹਨੂੰ ਉਜਾਗਰ ਨਹੀਂ ਕਰ ਸਕਦੇ। ਬਹੁਤ ਸੂਖਮ ਹੈ, ਸਾਰੀ ਦੁਨੀਆ ਵਿੱਚ ਹੈ। ਰਾਜਿਆਂ ਵਿੱਚ, ਮਹਾਰਾਜਿਆਂ ਵਿੱਚ, ਵਜ਼ੀਰਾਂ ਵਿੱਚ, ਅਮੀਰਾਂ ਵਿੱਚ, ਗਰੀਬਾਂ ਵਿੱਚ, ਸ਼ਾਹੂਕਾਰਾਂ ਵਿੱਚ, ਹਿੰਦੂਆਂ 'ਚ, ਮੁਸਲਮਾਨਾਂ 'ਚ, ਧਾਰਮਿਕ ਲੋਕਾਂ 'ਚ ਵੀ ਹਉਮੈ ਹੀ ਹੈ। ਉਹ ਕਹਿੰਦੇ ਸਾਡਾ ਧਰਮ ਵੱਡਾ, ਦੂਜੇ ਦਾ ਮਜ਼ਹਬ ਛੋਟਾ, ਸਾਡਾ ਵੱਡਾ। ਇਹ ਵੀ ਸਭ ਜਗ੍ਹਾ 'ਤੇ ਹਉਮੈ ਮੈਲ ਭਰੀਜੈ। ਬਸ ਇੱਕ ਨਾਮ ਹੀ ਹੈ ਜਿਹੜਾ ਇਸ ਤੋਂ ਕੱਢ ਸਕਦਾ ਹੈ। ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜੋ ਬਾਣੀ ਹੈ ਉਹ ਸਾਰੇ ਧਰਮਾਂ ਮਜ਼ਹਬਾਂ ਤੋਂ ਉੱਪਰ ਦੀ ਗੱਲ ਹੈ। ਇਹ ਗੱਲ ਵੱਖਰੀ ਹੈ ਵੀ ਅੱਜ ਅਸੀਂ ਗੁਰੂ ਸਾਹਿਬ ਜੀ ਨੂੰ ਆਪਣੇ ਕਬਜ਼ੇ 'ਚ ਕਰਕੇ ਬੈਠ ਗਏ ਹਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਪੂਰੀ ਦੁਨੀਆ 'ਚ ਫੈਲਾਉਣ ਤੋਂ ਅਸੀਂ ਅਸਮਰੱਥ ਹਾਂ। ਦੁਨੀਆ ਨੂੰ ਤਾਂ ਕੀ ਦੱਸਣਾ, ਅਸੀਂ ਤਾਂ ਆਪਣੇ ਵੀ ਨਹੀਂ ਪ੍ਰਚਾਰ ਕਰ ਸਕੇ। ਆਪਣੇ ਬੱਚਿਆਂ ਨੂੰ, ਆਪਣੇ ਸਮਾਜ ਨੂੰ, ਆਪਣੇ ਆਪ ਨੂੰ ਇਹਦੇ ਮੁਤਾਬਕ ਢਾਲ ਨਹੀਂ ਸਕੇ। ਪਰ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਗੱਲ ਕੋਈ ਦੱਸੇ, ਆ ਪੂਰੀ ਦੁਨੀਆ ਹੀ ਸਵਰਗ ਬਣ ਸਕਦੀ ਹੈ, ਸੱਚਖੰਡ ਬਣ ਸਕਦੀ ਹੈ। ਪਰ ਸਾਡੀਆਂ ਆਪਣੀਆਂ ਸ਼ਰਤਾਂ ਵੀ ਸਾਡੀ ਵੀ ਮਾਨਤਾ ਨਾਲ ਹੋਵੇ, ਸਾਡੀ ਵੀ ਸੰਪਰਦਾ ਚੱਲੇ, ਸਾਡੇ ਵੀ ਲੋਕ ਗੋਡੀ ਹੱਥ ਲਾਉਣ। ਉੱਥੇ ਆ ਕੇ ਫੇਰ ਹਉਮੈ ਆ ਜਾਂਦੀ ਹੈ, ਉੱਥੇ ਰੁਕਾਵਟ ਪੈਂਦੀ। ਇਹ ਪਵਿੱਤਰ ਬਚਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੰਗਤਾਂ ਨਾਲ ਸਾਂਝੇ ਕੀਤੇ। ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਪਾਇਆ ਸਹਿ ਸੇਤੀ। ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਭਰੀਆਂ। ਸ਼ਬਦ ਗਾਵਣੇ ਸ਼ਬਦ ਹੋਤਾ ਗਾਵੋ ਹਰੀ ਕੇਰਾ। ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲ। ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ। ਅੰਗੀਕਾਰੋ ਕਰੇ ਤੇਰਾ, ਕਾਰਜ ਸਭ ਸਵਾਰਨ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ। ਜਿਸ ਦੇ ਸੋ ਪਾਵੇ, ਸਦਾ ਸਿਵ ਸਲਾਹ ਤੇਰੀ।